ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਦਿੱਲੀ ਵਿੱਚ ਕਾਂਗਰਸ ਵੱਲੋਂ ਮਹਿੰਗਾਈ ਉੱਤੇ ਹੱਲਾ ਬੋਲ ਕੀਤੀ ਗਈ ਰੈਲੀ ਨੇ ਇੱਕ ਐਸਾ ਮਾਹੌਲ ਬਣਾ ਦਿੱਤਾ ਹੈ, ਜਿਸ ਦੇ ਵਿੱਚ ਉੱਥੇ ਕੱਲ੍ਹ ਬੋਲਣ ਵਾਲੇ ਬੁਲਾਰਿਆਂ ਨੇ ਤੇ ਖਾਸ ਕਰਕੇ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਹੈ ਰਾਹੁਲ ਗਾਂਧੀ, ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਦੇ ਨਾਲ ਇੱਕ ਇੰਝ ਮਹਿਸੂਸ ਹੋ ਰਿਹਾ ਹੈ, ਇੰਝ ਲੱਗ ਰਿਹਾ ਲੋਕਾਂ ਨੂੰ ਵੀ ਕਿ ਜਿਸ ਤਰ੍ਹਾਂ ਦੇਸ਼ ਦੇ ਅੰਦਰ ਇੱਕ ਨਵਾਂ ਰਾਜਸੀ ਮਾਹੌਲ ਜਿਹੜਾ ਹੈ, ਜਿਹਦੇ ਵਿੱਚ ਮੁੱਦੇ ਉਠਾਏ ਜਾ ਰਹੇ ਆ, ਮੁੱਦਿਆਂ ਦੀ ਗੱਲ ਹੋ ਰਹੀ ਹੈ, ਉਹਦਾ ਬਿਰਤਾਂਤ ਜਿਹੜਾ ਬਣਨ ਦੀ ਗੱਲ ਜਿਹੜੀ ਹੈ ਸ਼ੁਰੂ ਹੋਈ ਹੈ। ਤੇ ਖਾਸ ਕਰਕੇ ਜਿਹੜਾ ਕੱਲ ਰਾਹੁਲ ਗਾਂਧੀ ਨੇ ਜਿਸ ਢੰਗ ਦੇ ਨਾਲ ਨਰਿੰਦਰ ਮੋਦੀ ਨੂੰ ਘੇਰਨ ਦਾ ਯਤਨ ਕੀਤਾ, ਤੇ ਜੋ ਪਿਛਲੇ ਸਮੇਂ 'ਚ ਅਸੀਂ ਵੀ ਮਹਿਸੂਸ ਕਰਦੇ, ਲੋਕ ਵੀ ਮਹਿਸੂਸ ਕਰਦੇ, ਔਰ ਜੋ ਉਹਨਾਂ ਸਟੇਜ ਤੋਂ ਕਿਹਾ ਕਿ ਕਿਸ ਢੰਗ ਨਾਲ ਨਾ ਤਾਂ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਦਿੱਤਾ ਜਾਂਦਾ, ਮੀਡੀਆ ਸਾਰਾ ਕੰਟਰੋਲ ਹੈ, ਔਰ ਮੀਡੀਆ ਜਿਹੜਾ ਕੰਟਰੋਲਡ ਹੈਗਾ ਉਹ ਸਾਰਾ ਜਿਹੜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਜਿਹੜੇ ਨੇੜਲੇ ਸਨਅਤਕਾਰ ਨੇ, ਉੱਘੇ ਉਦਯੋਗਪਤੀ ਨੇ, ਗੌਤਮ ਅਡਾਨੀ ਤੇ ਅੰਬਾਨੀ, ਉਹਨਾਂ ਦੇ ਕੰਟਰੋਲ 'ਚ ਹੈ। ਉੱਥੇ ਵੀ ਵਿਰੋਧੀ ਧਿਰ ਦੀ ਆਵਾਜ਼ ਨੂੰ ਉਸ ਢੰਗ ਨਾਲ ਨਹੀਂ ਦਿਖਾਇਆ ਜਾਂਦਾ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਾਡੇ ਖੁਦ ਮੁਖਤਾਰ ਤੇ ਸੰਵਿਧਾਨਕ ਅਦਾਰੇ ਹੈਗੇ ਆ, ਜਿਨ੍ਹਾਂ ਵਿੱਚ ਚੋਣ ਕਮਿਸ਼ਨ ਵੀ ਹੈ, ਜਿਨ੍ਹਾਂ ਵਿੱਚ ਨਿਆਂਪਾਲਿਕਾ ਵੀ ਹੈ, ਕਿ ਉਹਨਾਂ ਤੇ ਕਿਸ ਢੰਗ ਨਾਲ ਹਮਲੇ ਹੋ ਰਹੇ ਤੇ ਕਿਸ ਢੰਗ ਨਾਲ ਉਹਨਾਂ ਨੂੰ ਵੀ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਮੁੱਖ ਤੌਰ ਤੇ ਇਹ ਤਿੰਨ ਗੱਲਾਂ ਜਿਹੜੀਆਂ ਰੈਲੀ ਦਾ ਸਾਰਾ ਨਿਸ਼ਾਨਾ ਸੀਗੀਆਂ, ਜਿਹੜੀਆਂ ਸਰਕਾਰ ਦੇ ਉੱਤੇ, ਨਰਿੰਦਰ ਮੋਦੀ ਦੇ ਉੱਤੇ, ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ, ਰਾਹੁਲ ਗਾਂਧੀ ਹੋਣਾ ਨੇ, ਕਿ ਸਾਡੀ ਜਿਹੜੀ ਭਾਰਤ ਜੋੜੋ ਯਾਤਰਾ ਉਹ ਵੀ ਇਸੇ ਦਾ ਨਤੀਜਾ ਹੈ ਕਿ ਸਾਨੂੰ ਜਿਸ ਤਰ੍ਹਾਂ ਬੋਲਣ ਨਹੀਂ ਦਿੱਤਾ ਜਾ ਰਿਹਾ, ਜਿਸ ਤਰ੍ਹਾਂ ਸਾਡੀ ਆਵਾਜ਼ ਕਿਤੇ ਵੀ ਜਾ ਨਹੀਂ ਰਹੀ, ਨਾ ਲੋਕਾਂ ਦੀ ਆਵਾਜ਼ ਉਸ ਢੰਗ ਨਾਲ ਸਾਡੇ ਕੋਲ ਆ ਰਹੀ ਹੈ, ਤੇ ਅਸੀਂ ਖੁਦ ਲੋਕਾਂ ਕੋਲ ਜਾਣ ਦਾ ਫੈਸਲਾ ਕੀਤਾ ਕਿ ਅਸੀਂ ਆਪਣੀ ਗੱਲ ਵੀ ਲੋਕਾਂ ਤੱਕ ਪਹੁੰਚਾਈਏ ਤੇ ਲੋਕਾਂ ਦੀ ਗੱਲ ਅਸੀਂ ਸੁਣੀਏ। ਇਹ ਸਾਰੀ ਜਿਹੜੀ ਕੱਲ ਹੱਲਾ ਬੋਲ ਰੈਲੀ ਦੇ ਵਿੱਚ ਜੋ ਉੱਥੋਂ ਨਿਕਲ ਕੇ ਆਇਆ ਰਾਜਸੀ ਸੁਨੇਹਾ, ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਕਿ ਕੌਮੀ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਦੇ ਆ, ਔਰ ਖਾਸ ਕਰਕੇ ਜਿਸ ਤਰ੍ਹਾਂ ਦੀਆਂ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਦੇ ਅੰਦਰ ਜਿਹੜੀਆਂ ਨਵੀਆਂ ਰੁਝਾਨ ਪੈਦਾ ਹੋ ਰਹੇ, ਨਵੇਂ ਵਰਤਾਰੇ ਆ ਰਹੇ, ਨਵੀਆਂ ਘਟਨਾਵਾਂ ਵਾਪਰ ਰਹੀਆਂ, ਉਹਨਾਂ ਤੇ ਉਹਨਾਂ ਦੀ ਤਿੱਖੀ ਨਜ਼ਰ ਰਹਿੰਦੀ ਹੈ। ਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਕੱਲ ਰੈਲੀ ਹੋਈ ਹੈ ਮਹਿੰਗਾਈ ਤੇ ਹੱਲਾ ਬੋਲ, ਇਸ ਨੇ ਕਿਸ ਤਰ੍ਹਾਂ ਦਾ ਅਸਰ ਪਾਇਆ ਦੇਸ਼ ਦੀ ਮੌਜੂਦਾ ਰਾਜਸੀ ਮਾਹੌਲ ਦੇ ਵਿੱਚ। ਚਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਸ਼ੁਕਰੀਆ ਜੰਡੂ ਸਾਹਿਬ। ਚਾਨਾ ਜੀ, ਜਿਹੜੀ ਕੱਲ ਹੱਲਾ ਬੋਲ ਰੈਲੀ ਸੀ ਕਾਂਗਰਸ ਦੀ, ਖਾਸ ਕਰਕੇ ਉਹਨਾਂ ਨੇ ਮਹਿੰਗਾਈ ਨਾਲ ਜੋੜ ਕੇ ਮਹਿੰਗਾਈ ਉੱਤੇ ਹੱਲਾ ਬੋਲ ਰੈਲੀ ਨੂੰ ਨਾਂ ਦਿੱਤਾ ਗਿਆ ਸੀ, ਤੇ ਬੇਰੁਜ਼ਗਾਰੀ ਦੇ ਖਿਲਾਫ ਉਹਨਾਂ ਨੇ ਜਿਸ ਢੰਗ ਨਾਲ ਸਾਰਾ ਆਪਣਾ ਉੱਥੋਂ ਭਾਰਤ ਜੋੜੋ ਯਾਤਰਾ ਦਾ ਉਦੇਸ਼ ਤੇ ਉਸ ਦਾ ਸੁਨੇਹਾ ਦੇਣ ਦਾ ਯਤਨ ਕੀਤਾ, ਤੁਸੀਂ ਇਸ ਦੇ ਕੀ ਅਰਥ ਲੈਂਦੇ ਹੋ, ਤੇ ਇਸ ਦੇ ਮੌਜੂਦਾ ਜਿਹੜਾ ਰਾਜਸੀ ਮਾਹੌਲ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪੈਣ ਦੇ ਆਸਾਰ ਹੈ? ਇਹ ਜੰਡੂ ਸਾਹਿਬ, ਜਿਸ ਤਰ੍ਹਾਂ ਅਸੀਂ ਸਾਰੇ ਦੇਸ਼ ਦੇ ਪੂਰੇ ਸਮੁੱਚੇ ਮਾਹੌਲ ਨੂੰ ਦੇਖ ਕੇ ਜੇ ਇਹਨੂੰ ਅਸੈਸ ਕਰੀਏ ਤਾਂ ਇਹ ਵੱਡੀ ਸੀ, ਕਿੰਨੀ ਕੁ ਵੱਡੀ ਸੀ, ਇਹ ਯਾਰਡਸਟਿਕ ਜਿਹੜਾ ਨਾ ਬਾਅਦ ਚ ਆਉਂਦਾ ਆ, ਲੇਕਿਨ ਜਿਸ ਮੌਕੇ ਤੇ ਹੋਈ ਹੈ ਇਹ ਉਹਦਾ ਮਹੱਤਵ ਜਿਹੜਾ ਨਾ ਉਹ ਵਧੇਰੇ ਆ। ਔਰ ਉਸ ਨੂੰ ਅਸੀਂ ਉਸ ਕੰਟੈਕਸਟ ਦੇ ਵਿੱਚ ਜਦੋਂ ਦੇਖਾਂਗੇ ਤਾਂ ਫਿਰ ਇਸ ਦੇ ਅਸਲ ਮਹੱਤਵ ਦਾ ਜਿਹੜਾ ਨਾ ਸਾਨੂੰ ਸਮਝ ਲੱਗੇਗਾ। ਜਦੋਂ ਅਸੀਂ ਉੱਥੇ ਦੇਖ ਰਹੇ ਸੀਗੇ, ਕੋਈ ਚੈਨਲ ਸੀ ਜਿਹੜੇ YouTube ਦੇ ਉੱਤੇ ਚੱਲਣ ਵਾਲੇ ਚੈਨਲ, ਉਹ ਦਿਖਾ ਵੀ ਰਹੇ ਸੀਗੇ ਕਾਫੀ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਉੱਥੇ, ਉਹ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਚਲੋ ਲੀਡਰ ਨੇ ਕਿਹਾ ਤੇ ਚੱਲਦੇ ਆ, ਹਨਾ। ਬੜੇ ਰਿਸਪੌਂਸਿਵ ਸੀਗੇ, ਹੁੰਗਾਰਾ ਭਰਨ ਵਾਲੀ ਜਿਹੜੀ ਆਡੀਅנס ਸੀਗੀ, ਤੇ ਕਾਫੀ ਵੱਡੀ ਭਾਰੀ ਗਿਣਤੀ ਸੀ। ਔਰ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਵੀ ਕੀਤੇ ਜਾ ਰਹੇ ਸੀ ਮੌਕੇ ਦੇ ਉੱਤੇ, ਉਹ ਇਹੀ ਸੀ। ਖਾਸ ਤੌਰ ਤੇ ਜਿਹੜੇ ਕੁਝ ਪੱਤਰਕਾਰ ਨੇ ਜਿਨ੍ਹਾਂ ਨੇ ਸਾਰੀ ਰੈਲੀ ਨੂੰ ਦਿਖਾਇਆ, ਉਹ ਅੱਗੇ ਹੋ ਕੇ ਪੱਤਰਕਾਰਾਂ ਦੇ ਵੀ, ਜਾਂ ਜਿਹੜੇ ਮਾਈਕ ਲੈ ਕੇ ਘੁੰਮ ਰਹੇ ਸੀਗੇ, ਉਹਨਾਂ ਦੇ ਵੀ ਰਿਸਪੌਂਸ ਦੇਣ ਦੇ ਵਿੱਚ ਅੱਗੇ ਹੋ ਕੇ ਜਵਾਬ ਦੇਣਾ ਚਾਹੁੰਦੇ ਸੀ,
ਔਰ ਉਹ ਤਕਰੀਬਨ ਐਨ ਉਸੇ ਤਰ੍ਹਾਂ ਦੀ ਹੀ ਲਾਈਨ ਦੱਸ ਰਿਹਾ ਸੀ ਜਿਸ ਤਰ੍ਹਾਂ ਦੀ ਰਾਹੁਲ ਗਾਂਧੀ ਨੇ ਸਟੇਜ ਦੇ ਉੱਤੋਂ ਬੋਲੀ, ਔਰ ਉਹਦਾ ਤੁਸੀਂ ਥੋੜਾ ਬਹੁਤ ਜ਼ਿਕਰ ਕੀਤਾ ਵੀ ਹੈ। ਔਰ ਇਹ ਉਸ ਕੰਟੈਕਸਟ ਦੇ ਵਿੱਚ ਤੁਸੀਂ ਇਹਨੂੰ ਦੇਖੋ, ਜਦੋਂ ਬਿਹਾਰ ਦੇ ਵਿੱਚ ਵੀ ਘਟਨਾਵਾਂ ਵਾਪਰਦੀਆਂ ਉਸ ਤਰ੍ਹਾਂ ਦੀਆਂ, ਔਰ ਇਸੇ ਤਰ੍ਹਾਂ ਹੀ ਤਾਮਿਲਨਾਡੂ ਦੇ ਵਿੱਚ ਜਿਹੜਾ CM ਨੇ ਜਿਹੜਾ ਉਹ ਮਸਲੇ ਉਠਾਉਣ ਦੀ ਔਰ ਸਿੱਧੇ ਅਟੈਕ ਕਰਨ ਦੀ ਸ਼ੁਰੂਆਤ ਕੀਤੀ ਸੀ, ਉਹਨਾਂ ਸਾਰਿਆਂ ਨੂੰ ਮਿਲਾ ਕੇ ਤੇ ਲੋਕਾਂ ਦਾ ਰਿਸਪੌਂਸ ਦੇਖਦੇ ਹੋਏ ਔਰ ਉਹ ਇਹ ਦੇਖਦੇ ਹੋਏ ਕਿ ਵੀ ਇੰਝ ਲੱਗਦਾ ਸੀ ਕਿ ਸ਼ਾਇਦ ਅਜੇ ਹਾਲ ਦੀ ਘੜੀ ਵਰਤਮਾਨ ਹਾਲਾਤ ਦੇ ਵਿੱਚ ਮੋਦੀ ਸਰਕਾਰ ਦਾ ਜਾਂ ਮੋਦੀ ਸ਼ਾਹ ਦੇ ਜਿਹੜੇ ਇਹ ਜਕੜ ਸੀ ਉਹਨੂੰ ਤੋੜਨਾ ਸੌਖਾ ਨਹੀਂ ਲੱਗ ਰਿਹਾ। ਸਗੋਂ ਉਲਟਾ ਇਹ ਹੋ ਰਿਹਾ ਕਿ ਜਿੱਥੇ ਜਿੱਥੇ ਵੀ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਉਲਟਾਉਣ ਜਾਂ ਉਹਨਾਂ ਨੂੰ ਹੜੱਪਣ ਦਾ ਜਿਹੜਾ ਨਾ ਉਹ ਪ੍ਰੋਸੈਸ ਚੱਲ ਰਿਹਾ ਸੀ। ਜਦੋਂ ਇੱਕਦਮ ਰਿਵਰਸ ਹੋਇਆ ਆ, ਉਹ ਬਿਹਾਰ ਤੋਂ ਹੋਇਆ, ਔਰ ਲੋਕਾਂ ਨੂੰ ਜਿਹੜੀ ਹਿੰਮਤ ਆ ਫੜੀ ਲੋਕਾਂ ਨੇ ਉਹ ਇਸ ਤੋਂ ਹੀ ਫੜੀ ਆ ਕਿ ਨਹੀਂ ਇਹਦਾ ਕੋਈ ਅਲਟਰਨੇਟਿਵ ਹੈਗਾ ਆ ਜਿਹੜਾ ਹੁਣ ਸਾਹਮਣੇ ਆਏਗਾ। ਜਦੋਂ ਤੱਕ ਤਾਂ ਇਹਨਾਂ ਨੂੰ ਰਾਹੁਲ ਗਾਂਧੀ ਨੂੰ, ਸੋਨੀਆ ਗਾਂਧੀ ਨੂੰ ED ਦੀ ਖਿੱਚ ਧੂ ਹੋ ਰਹੀ ਸੀਗੀ, ਉਹਨੂੰ ਲੋਕ ਹੋਰ ਤਰ੍ਹਾਂ ਲੈਂਦੇ ਸੀਗੇ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜਾ ਜਿਹਾ ਮਹਿੰਗਾਈ ਦਾ ਤੇ ਬੇਰੁਜ਼ਗਾਰੀ ਦਾ ਤੇ ਦੂਸਰੇ ਮੁੱਦਿਆਂ ਨੂੰ ਲੈ ਕੇ, GST ਦੇ ਮੁੱਦੇ ਨੂੰ ਲੈ ਕੇ ਜਾਂ ਅਗਨੀਪਥ ਦੇ ਮੁੱਦੇ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਸ਼ੁਰੂ ਕੀਤਾ, ਉਹਦੇ ਨਾਲ ਲੱਗਾ ਸੀਗਾ ਕਿ ਹਾਂ ਕੋਈ ਯਤਨ ਹੋ ਰਿਹਾ। ਲੇਕਿਨ ਹੁਣ ਇਹ ਲੱਗ ਰਿਹਾ ਕਿ ਇਹ ਕਾਫੀ ਜ਼ੋਰ ਫੜੇਗਾ ਔਰ ਜ਼ੋਰ ਫੜਦਾ ਜਾ ਰਿਹਾ, ਇੱਕ ਕੋਆਰਡੀਨੇਸ਼ਨ ਬਣ ਰਹੀ ਆ। ਔਰ ਇੱਕ ਪਾਸੇ ਤਾਂ ਰੈਲੀ ਏਡੀ ਵੱਡੀ ਹੋ ਰਹੀ ਹੈ, ਇਹਦਾ ਅੰਦਾਜ਼ਾ ਹੋਏਗਾ ਹੀ ਨਤੀਸ਼ ਨੂੰ ਵੀ, ਤੇ ਦੂਜੇ ਪਾਸੇ ਨਤੀਸ਼ ਕੁਮਾਰ ਹੈ ਜਿਹੜੇ ਉਹ ਦਿੱਲੀ ਮੀਟਿੰਗਾਂ ਦੇ ਵਿੱਚ ਜਿਹੜਾ ਨਾ ਉਹ ਵੱਖਰੇ ਜਾਂ ਇਨਕਲੂਡਿੰਗ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਮਿਲਣ ਦੇ ਯਤਨਾਂ ਦੇ ਵਿੱਚ ਨਾ ਉਹ ਵੀ ਇੱਕ ਇਸ ਤਰ੍ਹਾਂ ਦਾ ਵਿਰੋਧੀ ਧਿਰਾਂ ਦਾ ਜਿਹੜਾ ਪਲੇਟਫਾਰਮ ਇਕੱਠਾ ਹੋ ਰਿਹਾ ਔਰ ਇੱਕ ਜਗ੍ਹਾ ਤੇ ਆਉਣ ਦੇ ਯਤਨ ਹੋ ਰਹੇ ਆ, ਉਹ ਸਭ ਤੋਂ ਵੱਧ ਮਹੱਤਵਪੂਰਨ ਹੈਗਾ ਆ। ਇਹ ਉਨਾ ਮਹੱਤਵਪੂਰਨ ਇਹ ਨਹੀਂ ਹੈ ਕਿ ਉੱਥੇ ਗਿਣਤੀ ਕਿੰਨੀ ਸੀ, ਔਰ ਉਸ ਗਿਣਤੀ ਦਾ ਜਿਹੜਾ ਜੋਸ਼ੋ ਖਰੋਸ਼ ਸੀਗਾ ਉਸ ਨੇ ਜਿੰਨਿਆਂ ਨੇ ਵੀ ਲੋਕਾਂ ਨੇ ਦੇਖਿਆ, ਔਰ ਮਾਸ ਮੀਡੀਆ ਨੇ ਇਹਨੂੰ ਹੋਰ ਵੀ ਜਿਹੜਾ ਸੌਖਾ ਕਰ ਦਿੱਤਾ ਕਿ ਉਹ ਫਿਰ ਚੱਲਦਾ ਹੀ ਰਹਿੰਦਾ, ਅੱਗੇ ਤੋਂ ਅੱਗੇ ਸ਼ੇਅਰ ਹੁੰਦਾ ਰਹਿੰਦਾ, ਲੋਕਾਂ 'ਚ ਇਹ ਗੱਲ ਜਾਏਗੀ। ਔਰ ਉੱਥੇ ਜਿਹੜੇ ਉਹਨਾਂ ਨੇ ਮਸਲੇ ਉਠਾਏ ਆ ਉਹ ਬੜੇ ਵਾਜਬ ਹੈਗੇ। ਔਰ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਥੋੜਾ ਜਿਹਾ ਹੋਰ ਸੰਜੀਦਗੀ ਦੇ ਨਾਲ ਦੇਖਣ ਦੀ ਲੋੜ ਇਸ ਕਰਕੇ ਆ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਉਠਾਈਆਂ ਉਹ ਪਹਿਲਾਂ ਕਾਂਗਰਸ ਦੇ ਏਜੰਡੇ ਤੇ ਨਹੀਂ ਹੁੰਦੀਆਂ ਸੀ, ਔਰ ਉਹਦਾ ਸਾਰਾ ਜਿਹੜਾ ਐਂਗਲ ਹੈਗਾ, ਜਿਸ ਨਜ਼ਰੀਏ ਤੋਂ ਸਾਰਾ ਕੁਝ ਪੇਸ਼ ਕੀਤਾ ਗਿਆ, ਉਹ ਇਹੀ ਆ ਕਿ ਸ਼ਾਇਦ ਲੋਕ ਆਮ ਦਬੇ ਕੁਚਲੇ ਲੋਕ ਆ ਜਿਹੜੇ ਉਹਨਾਂ ਦੀ ਗੱਲ ਨੂੰ ਲੈ ਕੇ ਕਾਂਗਰਸ ਜਿਹੜਾ ਨਾ ਚੱਲਣਾ ਚਾਹੁੰਦੀ ਹੈ, ਜਿਹੜਾ ਇਸ ਕਰਕੇ ਦੂਜਾ ਇਹਦਾ ਮਹੱਤਵ ਇਹ ਆ ਗਿਣਤੀ ਤੋਂ ਇਲਾਵਾ, ਔਰ ਦੂਜਾ ਮਹੱਤਵ ਉਹਨਾਂ ਨੇ ਕਿਹੜੇ ਮਸਲੇ ਉਠਾਏ ਆ, ਔਰ ਜਿਸ ਤਰ੍ਹਾਂ ਦਾ ਡਰ ਦਾ ਮਾਹੌਲ ਦੇਸ਼ ਦੇ ਵਿੱਚ ਪੈਦਾ ਕੀਤਾ ਜਾ ਚੁੱਕਾ ਹੈ, ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਚੁੱਕਾ ਹੈ। ਉਹਨੇ ਸਿੱਧਾ ਸਵਾਲ ਇਹ ਕੀਤਾ ਕਿ ਵੀ ਇਹ ਨਫ਼ਰਤ ਤੇ ਡਰ ਦੇ ਮਾਹੌਲ ਦੇ ਵਿੱਚ ਦੇਸ਼ ਕਮਜ਼ੋਰ ਹੁੰਦੇ ਆ, ਔਰ ਇਹਦਾ ਦੇਸ਼ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਪਹੁੰਚਦਾ। ਲੋਕਾਂ ਦੇ ਅੰਦਰ ਜਦੋਂ ਡਰ ਪੈਦਾ ਹੁੰਦਾ ਉਹਨਾਂ ਦੇ ਹਿੰਮਤ ਪਸਤ ਹੁੰਦੀ ਆ, ਦੇਸ਼ ਦੀ ਤਾਕਤ ਘਟਦੀ ਆ। ਔਰ ਇਹ ਇੱਕ ਬੜਾ ਉਹ ਫੰਡਾਮੈਂਟਲ ਸਵਾਲ ਹੈਗਾ ਆ ਜਿਹੜਾ ਕਿ ਇੱਕ ਅਜਿਹੀ ਸੱਚਾਈ ਆ ਕਿ ਦੇਸ਼ ਇੱਕ ਮੁੱਠ ਹੋ ਕੇ ਉਹ ਦੂਸਰੇ ਬਾਹਰਲੇ ਜਾਂ ਅੰਦਰੂਨੀ ਕਿਸੇ ਵੀ ਆਫਤ ਦਾ ਜਾਂ ਹਮਲੇ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਰਹਿੰਦਾ ਜਦੋਂ ਲੋਕਾਂ ਦੀ ਹਿੰਮਤ ਨਾ ਪੈ ਰਹੀ ਹੋਵੇ ਡਰ ਦੇ ਮਾਹੌਲ ਕਰਕੇ। ਉਹਨਾਂ ਨੇ ਇਸ ਗੱਲ ਦੇ ਵੀ ਜ਼ਿਕਰ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਪਹਿਲਾਂ, ਕਿਉਂਕਿ ਉਹਨਾਂ ਨੇ ਜੈਪੁਰ ਦੇ ਜਿਹੜਾ ਵਿੱਚ ਉਹਨਾਂ ਦਾ ਉਦੈਪੁਰ 'ਚ ਹੋਇਆ ਸੀ ਸੰਮੇਲਨ, ਉਹਦੇ ਵਿੱਚ ਤਾਂ ਉਹਨਾਂ ਨੇ ਖੇਤਰੀ ਪਾਰਟੀਆਂ ਦੇ ਬਾਰੇ ਵੱਖਰੀ ਗੱਲ ਕਹੀ ਸੀ, ਪਰ ਹੁਣ ਜਿਹੜਾ ਅਸੀਂ ਦੇਖਿਆ ਹੈ ਕਿ ਕੱਲ੍ਹ ਦਾ ਜਿਹੜਾ ਰੈਲੀ ਸੀਗੀ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਕਿ ਅਸੀਂ ਕਾਂਗਰਸ ਤੇ ਦੂਸਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਅਸੀਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਔਰ ਰਾਸ਼ਟਰੀ ਸਵੈਮ ਸੰਘ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਹਰਾਵਾਂਗੇ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇਹ ਵਿਚਾਰਧਾਰਾ ਦੇ ਜਿਹੜੇ ਲੋਕ ਹੈ ਉਹ ਨਫ਼ਰਤ ਤੇ ਡਰ ਦੀ ਰਾਜਨੀਤੀ ਕਰ ਰਹੇ ਆ ਤੇ ਅਸੀਂ ਇਸ ਤੋਂ ਦੇਸ਼ ਨੂੰ ਕੱਢਾਂਗੇ। ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ। ਜਿਹੜਾ ਉਹ ਪਹਿਲਾ ਉਹਨਾਂ ਦਾ ਬਿਆਨ ਸੀ ਖੇਤਰੀ ਪਾਰਟੀਆਂ ਦੇ ਬਾਰੇ 'ਚ,
ਇੱਕ ਤਾਂ ਉਹ ਵੈਸੇ ਹੀ ਆਊਟ ਆਫ ਕੰਟੈਕਸਟ ਸੀਗਾ, ਉਹ ਰਿਐਲਿਟੀ ਤੋਂ ਕੋਹਾਂ ਦੂਰ ਸੀ। ਰਿਐਲਿਟੀ ਉਹ ਨਹੀਂ ਸੀ ਜਿਹੜੀ ਉਦੋਂ ਉਹਨਾਂ ਨੇ ਟਿੱਪਣੀ ਕੀਤੀ, ਭਾਵੇਂ ਇੱਕ ਸੈਂਟੈਂਸ ਦੇ ਵਿੱਚ ਕੀਤੀ ਜਾਂ ਦੋ ਸੈਂਟੈਂਸ ਦੇ ਵਿੱਚ ਕੀਤੀ। ਹੁਣ ਜਦੋਂ ਉਹਨਾਂ ਨੂੰ ਮੁੜ ਕੇ ਹਾਲਾਤ ਦੇ ਨੂੰ ਭਾਂਪਦਿਆਂ ਹੋਇਆਂ ਦੂਸਰੀਆਂ ਰੀਜਨਲ ਪਾਰਟੀਆਂ ਦੀ ਸ਼ਕਤੀ ਨੂੰ ਤੇ ਉਹਨਾਂ ਦੀ ਇੱਛਾ ਨੂੰ ਦੇਖਦਿਆਂ ਹੋਇਆਂ ਆਪਣਾ ਪੈਂਤੜਾ ਬਦਲਣਾ ਪਿਆ ਆ, ਇਹ ਉਹ ਰਿਐਲਿਟੀ ਦੇ ਨੇੜੇ ਆਏ ਆ ਔਰ ਇਹ ਹਕੀਕਤ ਦੇ ਨੇੜੇ ਪਹੁੰਚਣ ਦਾ ਇੱਕ ਪ੍ਰੋਸੈਸ ਆ। ਤੁਹਾਨੂੰ ਯਾਦ ਹੋਣਾ ਕਿ ਇੱਕ ਡਿਸਕਸ਼ਨ ਦੇ ਵਿੱਚ ਆਪਾਂ ਇਸ ਗੱਲ ਨੂੰ ਇੱਕ ਪੈਨ ਪੁਆਇੰਟ ਕੀਤਾ ਸੀਗਾ ਕਿ ਜਿਹੜੇ ਵੀ ਡਿਫਰੈਂਸਸ ਹੁਣ ਇਹਨਾਂ ਦੇ ਵਿੱਚ ਕੁਝ ਨਜ਼ਰ ਆ ਰਹੇ ਆ, ਕੋਈ ਕਿਸੇ ਨੂੰ ਪਸੰਦ ਕਰਦਾ, ਕੋਈ ਨਹੀਂ। ਜਦੋਂ ਲੋਕ ਉੱਠੇ, ਜਦੋਂ ਲੋਕਾਂ ਨੇ ਸੜਕਾਂ ਤੇ ਆਉਣ ਦਾ ਅਹੀਆ ਕੀਤਾ, ਤਾਂ ਇਹਨਾਂ ਦੇ ਡਿਫਰੈਂਸਸ ਆ ਜਿਹੜੇ ਨਾ ਉਹ ਉੱਡ ਪੁੱਡ ਜਾਣਗੇ ਔਰ ਲੋਕਾਂ ਦੇ ਪ੍ਰੈਸ਼ਰ ਨੇ ਇਹਨਾਂ ਨੂੰ ਮਜਬੂਰ ਕਰ ਦੇਣਾ ਕਿ ਉਹ ਛੋਟੇ ਮੋਟੇ ਡਿਫਰੈਂਸਸ ਨੂੰ ਪਾਸੇ ਰੱਖਣ। ਜਿਹੜਾ ਪ੍ਰਮੁੱਖ ਇਸ਼ੂ ਹੈਗਾ ਦੇਸ਼ ਦੇ ਸਾਹਮਣੇ ਇਸ ਵੇਲੇ, ਉਹ ਉਸ ਦੇ ਉੱਤੇ ਕੰਸਨਟਰੇਟ ਹੋ ਕੇ ਤਾਂ ਆਪਣੇ ਆਪ ਨੂੰ ਇੱਕ ਕਰਨ। ਹੁਣ ਹੋਣਾ ਕੀ ਆ ਕਿ ਅੱਜ ਇਸ ਰੈਲੀ ਤੋਂ ਪਹਿਲਾਂ ਸ਼ਾਇਦ ਕਾਂਗਰਸ ਨੂੰ ਵੀ ਏਡੀ ਵੱਡੀ ਉਮੀਦ ਨਾ ਹੋਵੇ ਕਿ ਉਹ ਏਡਾ ਵੱਡਾ ਐਂਥੂਸੀਆਸਟਿਕ ਜਿਹੜਾ ਇਕੱਠ ਆ ਰਾਮਲੀਲਾ ਗਰਾਊਂਡ ਦੇ ਵਿੱਚ ਕਰ ਲੈਣਗੇ। ਇਹਦੇ ਨਾਲ ਇਹ ਤੋਂ ਪਹਿਲਾਂ ਕੀ ਚੱਲ ਰਿਹਾ ਸੀਗਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਉੱਠ ਰਿਹਾ ਸੀਗਾ ਕਿ ਨਤੀਸ਼ ਆ, ਜਿਹੜਾ ਨਤੀਸ਼ ਕੁਮਾਰ ਆ, ਉਹ ਐਕਸੈਪਟੇਬਲ ਲੀਡਰ ਦੇ ਤੌਰ ਦੇ ਉੱਤੇ ਉੱਭਰ ਰਿਹਾ ਆ। ਉਹਦੇ ਆਲੇ ਦੁਆਲੇ ਰੀਜਨਲ ਪਾਰਟੀਆਂ ਤੇ ਬਾਕੀ ਦੇ ਜਿਹੜੇ ਆ BJP ਤੇ RSS ਵਿਰੋਧੀ ਸ਼ਕਤੀਆਂ ਜਿਹੜੀਆਂ ਨਾ ਉਹ ਇਕੱਠੀਆਂ ਹੋਣਗੀਆਂ। ਹੁਣ ਜਦੋਂ ਇਹ ਇੱਕ ਸ਼ਕਤੀ ਪ੍ਰਦਰਸ਼ਨ ਹੋਇਆ, ਸ਼ਕਤੀ ਪ੍ਰਦਰਸ਼ਨ ਵੀ ਹੋਇਆ ਔਰ ਪਾਲਿਸੀਆਂ ਦੇ ਵਿੱਚ ਨਿਖਾਰ ਵੀ ਆਇਆ ਕਿ ਅਸੀਂ ਕਿੱਧਰ ਨੂੰ ਜਾਵਾਂਗੇ, ਹਨਾ। ਔਰ ਉਹਦੇ ਨਾਲ ਕੀ ਹੋਏਗਾ ਕਿ ਜਦੋਂ ਹੁਣ ਇਹ ਲੀਡਰਸ਼ਿਪ ਤੈਅ ਕਰਨ ਦਾ ਜਾਂ ਕਿਸ ਦੀ ਅਗਵਾਈ ਦੇ ਵਿੱਚ ਦੇਸ਼ ਚੱਲੇਗਾ, ਉਹਦੇ ਵਿੱਚ ਫਿਰ ਇੱਕ ਵਾਰੀ ਫੇਰ ਜਿਹੜਾ ਨਾ ਖਿੱਚ ਧੂ ਹੋਊਗੀ ਔਰ ਉਹਨੂੰ ਫੇਰ ਕੌਣ ਉਸ ਖਿੱਚ ਧੂ ਨੂੰ ਕੌਣ ਦੂਰ ਕਰੇਗਾ? ਉਹ ਵੀ ਫਿਰ ਲੋਕ ਹੀ ਕਰਨਗੇ ਕਿ ਹੁਣ ਅਸੀਂ ਤੁਹਾਨੂੰ ਹਮਕੋ ਤੁਮਕੋ ਨਹੀਂ ਕਰਨ ਦੇਣੀ। ਇਸ਼ੂ ਆ ਜਿਹੜਾ ਉਹਨੂੰ ਸਾਹਮਣੇ ਲੈ ਕੇ ਤੁਸੀਂ ਚੱਲੋ, ਫਿਰ ਕਾਬਲੀਅਤ ਦਿੱਤੀ ਜਾਏਗੀ। ਇਸ ਗੱਲ ਤੋਂ ਇਹ ਗੱਲ ਵੀ ਨਹੀਂ ਲੱਗਦੀ, ਜਿਸ ਤਰ੍ਹਾਂ ਕੱਲ ਉਹਨਾਂ ਨੇ ਰੈਲੀ ਦੇ ਵਿੱਚ ਜਿਹੜਾ ਮਾਹੌਲ ਸੀ ਕਿ ਜਿਹੜੀ ਰਾਜਨੀਤੀ ਸੀ, ਜਿਸ ਢੰਗ ਨਾਲ ਅੱਗੇ ਉਹਨਾਂ ਨੂੰ ਮੁੱਦਿਆਂ ਤੋਂ ਭਟਕਾਉਣ ਦਾ ਯਤਨ ਹੋ ਰਿਹਾ ਸੀ, ਤਾਂ ਉਹਦੇ ਵਿੱਚ ਹੁਣ ਮੁੱਦੇ ਜਿਹੜੇ ਹੈ ਬੁਨਿਆਦੀ ਮੁੱਦੇ ਹੈ ਜਾਂ ਜਿਹੜੇ ਮਹਿੰਗਾਈ ਹੈ, ਬੇਰੁਜ਼ਗਾਰੀ ਹੈ, ਅਰਥ ਵਿਵਸਥਾ ਦੀ ਜਿਹੜੀ ਸਥਿਤੀ ਹੈ ਕਿ ਉਹ ਉੱਭਰ ਕੇ ਸਾਹਮਣੇ ਆਉਣ ਲੱਗ ਹੈ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ। ਮੈਂ ਤਾਂ ਹੀ ਕਿਹਾ ਕਿ ਪਰਿਸਥਿਤੀ ਜਿਹੜੀ ਆ ਨਾ ਉਹ ਸ਼ਕਤੀ ਪ੍ਰਦਰਸ਼ਨ ਦੇ ਤੌਰ ਦੇ ਉੱਤੇ ਵੀ ਤੇ ਵਿਚਾਰਧਾਰਾ ਤੇ ਨੀਤੀਆਂ ਦੇ ਤੌਰ ਤੇ ਵੀ ਜਿਹੜੀ ਨਾ ਉਹ ਕਲੀਅਰ ਹੁੰਦੀ ਜਾ ਰਹੀ ਆ ਜੀ। ਔਰ ਰਾਹੁਲ ਗਾਂਧੀ ਦਾ ਇਹ ਗੱਲ ਕਹਿਣਾ ਕਿ ਦੋ ਤਰ੍ਹਾਂ ਦਾ ਭਾਰਤ ਸਿਰਜਿਆ ਜਾ ਰਿਹਾ, ਇੰਡੀਆ ਦੋ ਤਰ੍ਹਾਂ ਦਾ ਸਿਰਜਿਆ ਜਾ ਰਿਹਾ। ਇੱਕ ਗਰੀਬਾਂ ਦਾ ਸਿਰਜਿਆ ਜਾ ਰਿਹਾ ਜਿੱਥੇ ਕੋਈ ਸੁਪਨਾ ਪੂਰਾ ਨਹੀਂ ਹੁੰਦਾ, ਦੂਜੇ ਪਾਸੇ ਅਮੀਰਾਂ ਦਾ ਸਿਰਜਿਆ ਜਾ ਰਿਹਾ ਜਿੱਥੇ ਹਰ ਸੁਪਨਾ ਜਿਹੜਾ ਨਾ ਉਹ ਲੋੜੋਂ ਵੱਧ ਪੂਰਾ ਆ। ਔਰ ਇਹ ਗੱਲ ਕਹਿਣੀ ਜਿਹੜੀ ਆ ਨਾ, ਇਹ ਭਾਵੇਂ ਸ਼ਬਦ ਸਾਦੇ ਹੋਣ ਪਰ ਇਹ ਸਿੱਧੀ ਪੋਲਰਾਈਜੇਸ਼ਨ ਹੈਗੀ ਆ। ਉਹ ਦੇਸ਼ ਨੂੰ ਨਿਚੋੜਨ ਵਾਲਿਆਂ ਤੇ ਨੁਚੜਨ ਵਾਲੇ ਲੋਕਾਂ ਦੇ ਦਰਮਿਆਨ ਸਿੱਧੀ ਪੋਲਰਾਈਜੇਸ਼ਨ ਹੈਗੀ ਆ। ਇਹ ਕਤਾਰਬੰਦੀ ਦਾ ਇੱਕ ਸਮਝ ਲਓ ਕਿ ਇੱਕ ਸੇਧ ਆ। ਜੇ ਉਹ ਚੱਲਣਗੇ ਇਸ ਨੂੰ ਲੈ ਕੇ, ਇਹਦੇ ਦੁਆਲੇ ਲੋਕਾਂ ਨੇ ਇਸੇ ਦੇ ਇਰਦ ਗਿਰਦ ਹੀ ਇਕੱਠੇ ਹੋਣਾ ਆ। ਇਹ ਚਾਹੇ ਗੱਲ ਕਹਿ ਦਿੱਤੀ ਗਈ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਘੰਟੇ ਆਪਣੇ ਦੋ ਦੋਸਤਾਂ ਨੂੰ ਪਾਲਣ ਦੇ ਉੱਤੇ ਲੱਗੇ ਹੋਏ ਆ। ਹੁਣ ਉਹ ਜਿਹੜਾ ਇਮੇਜ ਕ੍ਰੀਏਟ ਕੀਤਾ ਜਾ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਜੀ ਤਾਂ ਸੌਂਦੇ ਹੀ ਨਹੀਂ, 18 ਘੰਟੇ ਕੰਮ ਕਰਦੇ ਆ, ਉਹ ਇਸ ਗੱਲ ਦੇ ਉੱਤੇ ਲਿਆ ਕੇ ਤੋੜਾ ਝਾੜਨਾ ਕਿ ਉਹ 18 ਨਹੀਂ, ਉਹ 24 ਘੰਟੇ ਕੰਮ ਕਰਦੇ, ਪਰ ਕਰਦੇ ਕਿਹਦੇ ਲਈ ਆ, ਹਨਾ। ਇਹ ਇਸ ਗੱਲ ਨੇ ਲੋਕਾਂ ਦੇ ਉੱਤੇ ਜਿਹੜਾ ਨਾ ਸਿੱਧਾ ਅਸਰ ਪਾਉਣਾ। ਹੌਲੀ ਹੌਲੀ ਗੱਲ ਜਿਹੜੀ ਨਾ ਹੇਠਾਂ ਜਾਏਗੀ ਕਿ ਹੇਠਾਂ। ਦੂਜਾ ਇਹ ਆ ਕਿ ਜਾ ਨਹੀਂ ਰਿਹਾ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰੈਸ ਹੈ ਔਰ ਜੁਡੀਸ਼ਰੀ ਹੈ, ਨਿਆਂਪਾਲਿਕਾ ਔਰ ਉਸ ਤੋਂ ਇਲਾਵਾ ਚੋਣ ਕਮਿਸ਼ਨ, ਤਿੰਨਾਂ ਦਾ ਨਾਂ ਲੈ ਕੇ ਉਹਨਾਂ ਨੇ ਕਹਿਣਾ ਕਿ ਇਹ ਦਬਾਅ ਥੱਲੇ ਚੱਲ ਰਹੇ ਨੇ ਔਰ ਲੋਕਾਂ ਨੂੰ, ਆਮ ਲੋਕਾਂ ਨੂੰ, ਚਾਹੇ ਉਹਨਾਂ ਦੇ ਰੋਜ਼ਮर्रा ਦੇ ਮਸਲੇ ਹੋਣ,
ਚਾਹੇ ਉਹਨਾਂ ਦੇ ਵੱਡੇ ਹੋਣ ਛੋਟੇ ਹੋਣ, ਉਹਨਾਂ ਨੂੰ ਜੁਡੀਸ਼ਰੀ ਤੋਂ ਬਹੁਤ ਵੱਡੀ ਉਮੀਦ ਹੁੰਦੀ ਆ। ਬੰਦਾ ਜਦੋਂ ਦੁਖੀ ਹੁੰਦਾ ਉਹ ਕਹਿੰਦਾ ਮੈਂ ਅਦਾਲਤ ਵਿੱਚ ਜਾਊਂ। ਜੇ ਉਹਦਾ ਇਮੇਜ ਐਸਾ ਬਣ ਜਾਵੇ ਕਿ ਜੀ ਇਹ ਤਾਂ ਡਿਸਾਈਡਡ ਹੈਗਾ ਆ, ਇਹ ਤਾਂ ਪਤਾ ਆ ਵੀ ਇਹਨੇ ਕਿਹੋ ਜਿਹਾ ਫੈਸਲਾ ਕਰਨਾ ਹੈ ਨਾ, ਤੇ ਜਿੱਦਾਂ ਦੇ ਕੋ ਵੱਡੇ ਫੈਸਲਿਆਂ ਦੀ ਮੈਂ ਗੱਲ ਕਰ ਰਿਹਾ, ਔਰ ਉਹ ਵੱਡੇ ਫੈਸਲਿਆਂ ਬਾਰੇ ਜੇ ਪਹਿਲਾਂ ਹੀ ਇਦਾਂ ਦਾ ਅੰਦਾਜ਼ਾ ਲੋਕਾਂ ਦੇ ਮਨਾਂ ਵਿੱਚ ਬੈਠ ਜਾਵੇ ਉਹਨਾਂ ਦਾ, ਉਹ ਕਿੱਥੇ ਜਾਣਗੇ। ਔਰ ਉਹ ਫਿਰ ਇਹ ਸੋਚਣਗੇ ਕਿ ਜੀ ਇਨਸਾਫ ਮਿਲਣਾ ਤਾਂ ਕੋਈ ਬਹੁਤੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਦੂਸਰੀ ਹੈਗੀ ਪ੍ਰੈਸ ਦੀ ਗੱਲ। ਪ੍ਰੈਸ ਦੀ ਗੱਲ ਇਹ ਆ ਕਿ ਲੋਕਾਂ ਦੇ ਵਿੱਚ ਭਾਵਨਾ ਘਰ ਕਰ ਗਈ ਕਿ ਪ੍ਰੈਸ ਸਾਨੂੰ ਅਸਲੀ ਗੱਲ ਦੱਸਦੀ ਨਹੀਂ, ਔਰ ਉਹ ਲੁਕੋ ਕੇ ਰੱਖਦੇ ਆ। ਔਰ ਜੇ ਉਹ ਕੋਈ ਗੱਲ ਦੱਸਦੇ ਤਾਂ ਓਨੀ ਕੀ ਦੱਸਦੇ ਆ ਜਿਹੜੀ ਅੱਜ ਦੀ ਸੱਤਾ ਨੂੰ ਮਨਜ਼ੂਰ ਹੈਗੀ ਆ, ਜਾਂ ਉਹ ਪ੍ਰਧਾਨ ਮੰਤਰੀ ਜਾਂ ਉਸ ਦੇ ਜਾਂ ਬੀਜੇਪੀ ਜਾਂ ਆਰਐਸਐਸ ਨੂੰ ਮਨਜ਼ੂਰ, ਉਹ ਦੱਸਦੇ ਆ। ਜਦੋਂ ਇਹ ਭਾਵਨਾ ਚਲੀ ਜਾਂਦੀ ਆ, ਜਦੋਂ ਲੋਕ ਫਿਰ ਇਹ ਇੱਥੇ ਬੈਠੇ ਦੁਖੀ ਹੋਣਗੇ, ਉਹਨਾਂ ਦੇ ਮਨ 'ਚ ਵੀ ਸਾਨੂੰ ਪਤਾ ਨਹੀਂ ਲੱਗਦਾ, ਪਰ ਸਾਡਾ ਇਹ ਅੰਦਾਜ਼ਾ ਇਹ ਆ ਵੀ ਜਿੰਨੇ ਅਸੀਂ ਦੁਖੀ ਆ ਉਨੇ ਹੀ ਲੋਕ ਦੂਸਰੇ ਥਾਂ ਤੇ ਜਿਹੜੇ ਉਹ ਵੀ ਇੰਨੇ ਹੀ ਦੁਖੀ ਆ। ਜੇ ਇੱਥੇ ਸਾਡੇ ਹਰਕਤ ਤੇ ਗਏ ਆ ਤਾਂ ਉੱਥੇ ਵੀ ਹੋਣਗੇ, ਪਰ ਸਾਨੂੰ ਨਹੀਂ ਦੱਸਿਆ ਜਾ ਰਿਹਾ। ਹੁਣ ਜਦੋਂ ਉੱਠੇ ਆ, ਇਕੱਠੇ ਹੋਏ ਆ, ਤਾਂ ਉਹ ਵਾਰ 'ਚ ਉਹਦੇ 'ਚ ਤੇਜ਼ੀ ਆਏਗੀ। ਉਹ ਤੇਜ਼ੀ ਆਏਗੀ ਕਿ ਨਹੀਂ ਹੈਗੇ ਆ ਲੋਕ। ਹਾਂਜੀ ਚਲੋ, ਜਿਹੜੀ ਤੁਸੀਂ ਤੇਜ਼ੀ ਦੀ ਗੱਲ ਕਰਦੇ ਆ, ਜਿਸ ਤਰ੍ਹਾਂ ਉਹਨਾਂ ਨੇ ਕੱਲ ਜਿਹੜੀਆਂ ਗੱਲਾਂ ਕਹੀਆਂ ਕਿ ਸਾਨੂੰ ਭਾਰਤ ਜੋੜੋ ਯਾਤਰਾ ਤੇ ਕਿਉਂ ਜਾਣਾ ਪੈ ਰਿਹਾ, ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਿ ਜਿਸ ਢੰਗ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਹਰ ਪਾਸੇ ਤੋਂ ਆਵਾਜ਼ ਬੰਦ ਹੈ, ਇਸ ਕਰਕੇ ਸਾਨੂੰ ਇਹ ਯਾਤਰਾ ਕਰਨੀ ਪੈ ਰਹੀ ਹੈ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਜਾਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ। ਹਾਂ ਬਿਲਕੁਲ, ਇਹ ਉਹਨਾਂ ਦੇ ਦੋਵੇਂ ਚੀਜ਼ਾਂ ਜਿਹੜੀਆਂ ਨਾ ਨਾਲ ਰੱਖ ਕੇ ਹੀ ਸਾਨੂੰ ਦੇਖਣੀਆਂ ਪੈਣੀਆਂ। ਇੱਕ ਤਾਂ ਹੱਲਾ ਬੋਲ ਕਾਹਦਾ, ਜਿਹੜੇ ਕਿ ਮਸਲੇ ਆ, ਹੈ ਨਾ, ਔਰ ਉਹ ਮਸਲੇ ਆ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਵੀ ਰੋਜ਼ਮर्रा ਦੀਆਂ ਚੀਜ਼ਾਂ, ਦਹੀਂ ਤੇ ਵੀ ਲਾ ਦਿੱਤਾ GST ਵਗੈਰਾ ਵਗੈਰਾ, ਹੈ ਨਾ। ਉਹ ਮਸਲੇ ਜਿਹੜੇ ਗਰੀਬੀ ਨੂੰ, ਉਹ ਕਹਿੰਦੇ 23 ਕਰੋੜ ਲੋਕਾਂ ਨੂੰ, ਹੋਰ 23 ਕਰੋੜ ਲੋਕਾਂ ਨੂੰ ਗਰੀਬੀ 'ਚ ਧੱਕ ਦਿੱਤਾ ਪਿਛਲੇ 8 ਸਾਲਾਂ ਦੇ ਵਿੱਚ, ਹੈ ਨਾ। ਚਲੋ ਉਹ ਕਿੰਨੇ ਹੈਗੇ ਕਿੰਨੇ ਨਹੀਂ, ਪਰ ਲੋਕਾਂ ਨੂੰ ਤਾਂ ਇਹ ਪਤਾ ਕਿ ਗਰੀਬੀ 'ਚ ਵਾਧਾ ਹੋਇਆ, ਬੇਰੁਜ਼ਗਾਰੀ 'ਚ ਵਾਧਾ ਹੋਇਆ, ਇਹ ਸਭ ਲੋਕ ਜਾਣਦੇ, ਹੈ ਨਾ। ਇਹ ਹੈਗੇ ਮਸਲੇ ਜਿਹੜੇ ਹੱਲਾ ਬੋਲ ਦੇ ਅੰਡਰ ਆਏ। ਦੂਸਰੀ ਹੈਗੀ ਆ ਕਿ ਵੀ ਅਸੀਂ ਭਾਰਤ ਜੋੜੋ ਯਾਤਰਾ ਜਿਹੜੀ ਸ਼ੁਰੂ ਕਰਨ ਲੱਗੇ, ਇਸ ਕਰਕੇ ਵੀ ਸਾਨੂੰ ਤਾਂ ਸਦਨ ਦੇ ਵਿੱਚ ਬੋਲਣ ਹੀ ਨਹੀਂ ਦਿੰਦੇ। ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਹਿ ਗਿਆ ਸੀਗਾ, ਅਸੀਂ ਲੋਕਾਂ ਨੂੰ ਜਾ ਕੇ ਦੱਸੀਏ ਕਿ ਭਾਈ ਸਾਹਿਬ ਉੱਥੇ ਸਾਨੂੰ ਬੋਲਣ ਨਹੀਂ ਦਿੰਦੇ, ਤਾਂ ਤੁਹਾਡੇ ਮਸਲੇ ਹੁਣ ਜੇ ਹੱਲ ਕਰਨੇ ਆ ਤਾਂ ਤੁਸੀਂ ਹੁਣ ਆਪ ਕਰੋ, ਸਾਡਾ ਸਾਥ ਦਿਓ, ਅਸੀਂ ਤੁਹਾਡੇ ਅੱਗੇ ਲੱਗਦੇ ਹਾਂ। ਹਾਂ, ਇਹ ਦੋ ਗੱਲਾਂ ਕਿ ਡੈਮੋਕ੍ਰੈਟਿਕ ਰਾਈਟ ਆ ਜਿਹੜਾ ਸੰਸਦ ਦੇ ਵਿੱਚ ਹਰ ਬੰਦੇ ਨੂੰ ਹੋਣਾ ਚਾਹੀਦਾ। ਹੁਣ ਉਹਨਾਂ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਬੋਲਦਿਆਂ ਨੇ ਵੀ ਕਿਹਾ ਕਿ ਜੇ ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀ ਡਿਸਕਸ਼ਨ ਕਰਨ ਦੇ ਉੱਤੇ, ਬਰਨਿੰਗ ਇਸ਼ੂ ਦੇ ਉੱਤੇ ਮੰਨਦੇ ਹੀ ਨਹੀਂ ਸੀ। ਜੋ ਡਿਸਕਸ਼ਨ ਕੀਤੀ ਵੀ 5 ਘੰਟੇ ਦੀ ਡਿਸਕਸ਼ਨ ਦੇ ਵਿੱਚੋਂ ਵਿਰੋਧੀ ਧਿਰ ਨੂੰ 28 ਮਿੰਟ ਮਿਲਣ ਦੇ ਗੱਲ ਕਰਨ ਦੇ। ਹੋਣਾ ਕੀ ਚਾਹੀਦਾ ਪਾਰਲੀਮੈਂਟਰੀ ਸਿਸਟਮ ਵਿੱਚ? ਹੋਣਾ ਕੀ ਚਾਹੀਦਾ? ਹੋਣਾ ਇਹ ਚਾਹੀਦਾ ਕਿ ਵਿਰੋਧੀ ਧਿਰ ਨੂੰ ਮਸਲੇ ਉਠਾਉਣ ਦਾ ਸਮਾਂ ਜਿਹੜਾ ਨਾ ਖੁੱਲ੍ਹ ਕੇ ਮਿਲਣਾ ਚਾਹੀਦਾ, ਕਿਉਂਕਿ ਸਰਕਾਰ ਕੋ ਤਾਂ ਰੋਜ਼ ਆਫਿਸ ਹੈਗਾ ਆ, ਮੰਤਰਾਲੇ ਹੈਗੇ ਆ, ਉਹ ਉੱਥੇ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਤੇ ਲੱਗੇ ਹੋਏ ਆ, ਲੇਕਿਨ ਮਸਲੇ ਲੋਕਾਂ ਨੂੰ ਜਦੋਂ ਸੁਣ, ਜੇ ਉਹ 28 ਮਿੰਟ ਮਿਲਦੇ ਆ, ਜੇ ਸੱਚਮੁੱਚ ਹੀ ਉਹ 28 ਮਿੰਟ ਹੈਗੇ ਆ, ਤਾਂ ਫਿਰ ਇਹ ਵੀ ਕਹਿੰਦੇ ਜੀ ਉਹ ਸਮੇਂ ਦੌਰਾਨ ਜਿਹੜੇ ਸਾਡੇ ਮਾਈਕਰੋਫੋਨ ਆ ਕਈ ਵਾਰ ਵਿੱਚ ਬੰਦ ਕਰ ਦਿੱਤੇ ਜਾਂਦੇ ਆ। ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਕਰ ਦਿੱਤੇ ਜਾਂਦੇ ਆ, ਜਾਂ ਇਹ ਇੱਕ ਮਾੜਾ ਟ੍ਰੈਂਡ ਹੈਗਾ ਹੈ ਨਾ, ਕਿ ਬੋਲਣ ਨਾ ਦਿਓ, ਜੇ ਬੋਲਣ ਨਾ ਦਿਓ ਤਾਂ ਗੱਲ ਪੂਰੀ ਸਮਝਣ ਨਾ ਦਿਓ, ਹੈ ਨਾ, ਫਿਰ ਇਹਦੇ ਡਿਸਟੋਰਸ਼ਨ ਕਰੋ। ਇਹ ਇੱਕ ਹੋਰ ਤਰ੍ਹਾਂ ਗੱਲਾਂ ਦੀ ਇਹ ਚਲਾਕੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀ, ਜਿਹੜੀ ਕਿ ਡੈਮੋਕ੍ਰੇਸੀ ਦੇ ਵਿੱਚ ਨਹੀਂ ਹੋਣੀ ਚਾਹੀਦੀ, ਔਰ ਉਹਨੂੰ ਮਿਲਣਾ ਚਾਹੀਦਾ। ਉਹ ਕਹਿੰਦੇ ਸਾਨੂੰ ਉੱਥੇ ਤੁਹਾਡੇ ਮਸਲੇ ਅਸੀਂ ਕਿੱਥੇ ਉਠਾਉਣ ਜਾਈਏ, ਸਾਨੂੰ ਤਾਂ ਉੱਥੇ ਜਿਹੜਾ ਨਾ ਬਾਹਰ ਕੱਢ ਦਿੰਦੇ ਆ, ਜਾਂ ਬਾਹਰ ਕੱਢ ਦਿੰਦੇ ਤਾਂ ਜਾਂ ਸਮਾਂ ਹੀ ਨਹੀਂ ਦਿੰਦੇ, ਬੋਲਣ ਨਹੀਂ ਦਿੰਦੇ। ਇਹ ਵਜ੍ਹਾ ਤੌਰ ਤੇ ਉਹਨਾਂ ਨੇ ਠੀਕ ਕਿਹਾ ਕਿ ਅਸੀਂ ਇਹ ਭਾਰਤ ਜੋੜੋ ਯਾਤਰਾ ਕਰਨ ਲੱਗੇ ਆ, ਕਿਉਂਕਿ ਸਾਡੇ ਜਿਹੜੇ ਡੈਮੋਕ੍ਰੈਟਿਕ ਰਾਈਟ ਆ, ਵਿਰੋਧੀ ਧਿਰ ਦੇ ਹੱਕ ਹੁੰਦੇ ਆ, ਉਹ ਨਹੀਂ ਮਿਲ ਰਹੇ, ਤੇ ਲੋਕਾਂ ਦੇ ਮਸਲੇ ਉਠਾਉਣ ਦਾ ਜਿਹੜਾ ਨਾ ਸਾਨੂੰ ਮੌਕਾ ਨਹੀਂ ਮਿਲ ਰਿਹਾ, ਹੈ ਨਾ। ਇਸ ਕਰਕੇ ਦੋਵੇਂ ਗੱਲਾਂ ਆਪਣੇ ਆਪਣੇ ਥਾਂ ਦੇ ਉੱਤੇ, ਹੱਲਾ ਬੋਲ ਤੇ ਭਾਰਤ ਜੋੜੋ, ਇਹ ਦੋਵੇਂ ਗੱਲਾਂ ਜਿਹੜੀ ਨਾ ਇਹ ਜੁੜੀਆਂ ਹੋਈਆਂ ਆਪਸ ਵਿੱਚ ਹੀ। ਮਸਲੇ ਤੇ ਜਮਹੂਰੀ ਰਾਈਟ ਆ ਜਿਹੜਾ,
ਉਹ ਇੱਕ ਲੈ ਕੇ ਜਿਹੜਾ ਨਾ ਨਿਕਲੀ ਆ ਕਾਂਗਰਸ। ਇਹਦੇ ਨਾਲ ਜਾਗਰਤੀ ਆਏਗੀ। ਕਹਿੰਦਾ ਜਿਸ ਤਰ੍ਹਾਂ ਅੱਗੇ ਪਹਿਲਾਂ ਲਗਭਗ ਜਿਹੜੇ ਤੁਸੀਂ ਜੇ ਮਹੀਨਾ ਜੇ 2 ਮਹੀਨੇ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਆਮ ਤੌਰ ਤੇ ਇਹ ਗੱਲ ਆ ਰਹੀ ਸੀਗੀ, ਲੋਕਾਂ ਦੇ ਵਿੱਚ ਵੀ ਸੀਗੀ, ਔਰ ਭਾਰਤੀ ਜਨਤਾ ਪਾਰਟੀ ਵੀ ਵੱਲੋਂ ਵੀ ਇਹ ਬਰਤਾਂਤ ਸਿਰਜਿਆ ਜਾ ਰਿਹਾ ਸੀ ਕਿ 2024 ਚ ਮੋਦੀ ਹੀ ਆਉਣਗੇ ਤੇ 2024 ਦੇ ਵਿੱਚ ਮੋਦੀ ਦੇ ਮੁਕਾਬਲੇ ਤੇ ਕੋਈ ਨਹੀਂ। ਪਰ ਇਹ ਜੋ ਕੁਝ ਹੁਣ ਮਾਹੌਲ ਬਣਦਾ ਜਾ ਰਿਹਾ, ਖਾਸ ਕਰਕੇ ਜਿਹੜਾ ਤੁਸੀਂ ਜ਼ਿਕਰ ਕੀਤਾ ਬਿਹਾਰ ਦੀਆਂ ਘਟਨਾਵਾਂ ਦਾ, ਨਤੀਸ਼ ਕੁਮਾਰ ਦਾ ਬੀਜੇਪੀ ਨੂੰ ਛੱਡ ਕੇ ਤੇ ਦੂਸਰਾ ਇੱਕ ਫਰੰਟ ਬਣਾ ਕੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੀਆਂ ਪਾਰਟੀਆਂ ਨਾਲ ਜਿਸ ਢੰਗ ਨਾਲ ਉੱਥੇ ਉਹਨਾਂ ਨੇ ਮਾਹੌਲ ਸਿਰਜਿਆ, ਔਰ ਹੁਣ ਦਿੱਲੀ ਵਿੱਚ ਕਾਂਗਰਸ ਵੱਲੋਂ ਹੱਲਾ ਬੋਲ ਰੈਲੀ ਕੀਤੀ ਹੈ, ਇਸ ਨਾਲ ਜਿਹੜਾ ਸਾਰਾ ਮਾਹੌਲ ਜਿਹੜਾ ਉਹ ਪਹਿਲਾਂ ਇੱਕ ਬਰਤਾਂਤ ਸਿਰਜਿਆ ਜਾ ਰਿਹਾ ਸੀ ਉਸ ਨੂੰ ਸੱਟ ਵੀ ਵੱਜੇਗੀ। ਬਿਲਕੁਲ ਬਿਲਕੁਲ ਇਹਦਾ ਬੜਾ ਅਸਰ ਪੈਗਾ। ਇੱਕ ਨਵਾਂ ਮਾਹੌਲ ਤੇ ਨਵਾਂ ਬਰਤਾਂਤ ਸਿਰਜਣ ਵੱਲ ਹਾਂ ਗੱਲ ਹਾਂ ਅੱਗੇ ਵਧੇਗੀ। ਉਹ ਸਿਰਫ ਏਦਾਂ ਹੀ ਨਹੀਂ ਸੀਗਾ ਪ੍ਰਭਾਵ ਲੋਕਾਂ ਦੇ ਉੱਤੇ ਕਿ 2024 ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਦੁਬਾਰਾ ਆਏਗੀ। ਇਹ ਤੋਂ ਵੱਧ ਕੇ ਅੱਗੇ ਨੂੰ ਜਾ ਕੇ ਸੀਗਾ ਕਿ ਜਿਸ ਤਰ੍ਹਾਂ ਉਹ ਲੱਗੇ ਹੋਏ ਸੀਗੇ ਸੂਬਿਆਂ ਦੇ ਵਿੱਚ, ਸਟੇਟਾਂ ਪ੍ਰਾਂਤਾਂ ਦੇ ਵਿੱਚ, ਤੇ ਵਿਰੋਧੀ ਧਿਰ ਦਾ ਸਫਾਇਆ ਹੀ ਹੋ ਜਾਣਾ ਤੇ ਸ਼ਾਇਦ ਕੋਈ ਵਿਰੋਧ ਖੜੇ ਹੋਣ ਵਾਲਾ, ਪੈਰ ਲਾਉਣ ਵਾਲਾ ਕੋਈ ਹੋਣਾ ਹੀ ਨਹੀਂ। ਮਾਹੌਲ ਇੱਥੋਂ ਤੱਕ ਜਿਹੜਾ ਨਾ ਲੋਕਾਂ ਦੇ ਮਨਾਂ 'ਚ ਜਾ ਰਹੀ ਸੀ ਗੱਲ ਇਹ ਕਿ ਵੀ ਕੋਈ ਵਿਰੋਧੀ ਧਿਰ ਹੈ ਹੀ ਨਹੀਂ। ਇੱਕ ਵਿਅਕਤੀ ਦੇ ਤੌਰ ਤੇ, ਇੱਕ ਪਰਸਨੈਲਿਟੀ ਦੇ ਤੌਰ ਤੇ ਕੋਈ ਬਰਾਬਰ ਦੀ ਧਿਰ ਕੋਈ ਜਿਹੜਾ ਫੇਸ ਪੇਸ਼ ਕਰ ਸਕਣ ਵਿਰੋਧੀ ਧਿਰ, ਉਹਦੇ ਤੇ ਵੀ ਜਦੋਂ ਗੱਲ ਆਉਂਦੀ ਸੀ ਉਹ ਵੀ ਲੱਗਦਾ ਸੀਗਾ ਕਿ ਵੀ ਕੋਈ ਨਹੀਂ ਹੈ ਨਾ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਇੱਕਦਮ ਜਿਹੜਾ ਫੁਆਰੇ ਵਾਂਗ ਇੱਕ ਚੇਂਜ ਫੁੱਟੀ ਆ, ਉਹ ਅਸਲ ਦੇ ਵਿੱਚ ਲੋਕਾਂ ਦੀਆਂ ਇੱਛਾਵਾਂ ਜਿਹੜੀਆਂ ਦੱਬਦੀਆਂ, ਜਿਹੜਾ ਨਿਰਾਸ਼ਾ ਵੱਲ ਨੂੰ ਤੁਰੇ ਜਾ ਰਹੇ ਸੀਗੇ, ਉਹ ਨਿਰਾਸ਼ ਹੋਏ ਨਹੀਂ ਸੀ ਹੋਏ, ਉਹ ਉਹਨਾਂ ਦੀ ਉਮੀਦ ਪੂਰੀ ਨਹੀਂ ਹੋ ਰਹੀ ਸੀਗੀ। ਉਹ ਭਾਲ 'ਚ ਸੀਗੇ ਕਿ ਉਹਨਾਂ ਦੀ ਇੱਛਾ ਨੂੰ ਫਲ ਲੱਗੇ ਤੇ ਉਹਨਾਂ ਦੀ ਇੱਛਾ ਨੂੰ ਪੂਰਾ ਕਰਨ ਦਾ ਇੱਕ ਮਾਹੌਲ ਪੈਦਾ ਹੋਵੇ। ਉਹ ਹੋ ਗਿਆ ਜਦੋਂ ਇਹ ਚੀਫ ਮਿਨਿਸਟਰ ਆਪਸ ਵਿੱਚ ਮਿਲਣੇ ਸ਼ੁਰੂ ਹੋਏ, ਔਰ ਉਹਦੇ ਤੋਂ ਥੋੜਾ ਜਿਹਾ ਹੋਇਆ ਸੀ ਹਾਂ ਕੁਛ ਹੋਣ ਲੱਗਾ ਆ, ਹਨਾ ਵੀ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਉਹਦੇ ਇਕੱਠੇ ਹੀ ਨਹੀਂ ਹੋ ਸਕਦੇ, ਇਹਨਾਂ ਦੇ ਇਸ਼ੂ ਹੀ ਵੱਖਰੇ ਵੱਖਰੇ ਆ। ਉਹ ਜਦੋਂ ਆਪਣੇ ਮਸਲੇ ਦੇ ਉੱਤੇ ਜਾ ਕੇ ਸੈਂਟਰ ਦੇ ਨਾਲ ਲੈਣ ਦੇਣ ਕਰਕੇ ਤਾਂ ਉਹਨਾਂ ਨਾਲ ਸਮਝੌਤਾ ਕਰ ਲੈਂਦੇ, ਇਸ ਕਰਕੇ ਇਕੱਠੇ ਹੀ ਨਹੀਂ ਹੋ ਸਕਦੇ। ਇੱਦਾਂ ਦਾ ਇੱਕ ਇਸ਼ੂ ਸੀਗਾ। ਲੇਕਿਨ ਇੱਕ ਟਰਨਿੰਗ ਪੁਆਇੰਟ ਹੈ ਜਿਹੜਾ ਉਹ ਤੋਂ ਉੱਤੇ ਆਉਣ ਤੋਂ ਪਹਿਲਾਂ ਵੀ ਮੈਂ ਇਹ ਗੱਲ ਕਿ ਵੀ ਜਿਹੜੀ ਕਾਂਗਰਸ ਦੀ ਪੋਜੀਸ਼ਨ ਸੀ, ਭਾਵੇਂ ਉਹਦੇ ਕੋਲ 12 ਕਰੋੜ ਵੋਟਾਂ ਹੈਗੀਆਂ ਇਸ ਦੇਸ਼ ਦੇ ਵਿੱਚ, ਹਨਾ ਲਈਆਂ ਸੀਗੀਆਂ ਉਹਨੇ, ਇਹਦੇ ਬਾਵਜੂਦ ਵੀ ਲੋਕਾਂ ਤੇ ਅਸਰ ਸੀਗਾ ਕਿ ਬਸ ਉਹਦੇ 'ਚ ਦਮ ਬਹੁਤਾ ਕੋਈ ਰਿਹਾ ਨਹੀਂ, ਔਰ ਨਾ ਉਹਦੇ 'ਚ ਨਾ ਉਹ ਫਾਈਟਿੰਗ ਫੋਰਸ ਰਹੀ ਆ, ਨਾ ਉਹ ਆਰਗੇਨਾਈਜ਼ਡ ਹੈਗੀ ਆ। ਜਿਹੜੀ ਪਾਰਟੀ ਆਪਣਾ ਪ੍ਰਧਾਨ ਹੀ ਨਹੀਂ ਬਣਾ ਸਕਦੀ ਇੰਨੀ ਦੇਰ, ਉਹ ਆਰਗੇਨਾਈਜ਼ ਹੋ ਕੇ ਲੜੂਗੀ ਕਿਵੇਂ? ਲੇਕਿਨ ਉਹੀ ਗੱਲ ਇਹ ਆ। ਪ੍ਰਧਾਨ ਦੀ ਵੀ ਗੱਲ ਕੀਤੀ ਹੈ, ਕੱਲ ਉਸ ਰੈਲੀ ਦੇ ਵਿੱਚ ਵੀ ਇਹ ਸਲੋਗਨ ਬਾਰ-ਬਾਰ ਉੱਠਦੇ ਰਹੇ ਕਿ ਰਾਹੁਲ ਗਾਂਧੀ ਹੀ ਕਾਂਗਰਸ ਦਾ ਪ੍ਰਧਾਨ ਬਣੇ। ਹਾਂ ਇਹ ਆਂਦੇ ਸੀਗੇ ਅਸਲ ਦੇ ਵਿੱਚ ਇਹ ਇੱਕ ਸੀਰੀਅਸ ਹੀ ਸੀਗਾ ਮਸਲਾ। ਇਹ ਕੋਸ਼ਿਸ਼ ਹੋਈ ਵੀ, ਗਹਿਲੋਟ ਸਾਹਿਬ ਨੂੰ ਮਨਾਉਂਦੇ ਵੀ ਰਹੇ ਕਿ ਉਹ ਪ੍ਰਧਾਨਗੀ ਦਾ ਅਹੁਦਾ ਸੰਭਾਲ ਲੈਣ, ਹਨਾ। ਔਰ ਸ਼ਾਇਦ ਇਹ ਗੱਲ ਕਾਫੀ ਲੰਬਾ ਦੇਰ ਖਿੱਚੀ ਗਈ ਕਿ ਵੀ ਕੋਈ ਨਾ ਕੋਈ ਹੋਰ ਰਾਹੁਲ ਗਾਂਧੀ ਤੋਂ ਬਿਨਾਂ ਕਿਸੇ ਹੋਰ ਨੂੰ ਇਹ ਵੀ ਦੱਸਦੇ ਆ ਉੱਥੇ ਕਿ ਕੱਲ ਸ਼ਸ਼ੀ ਥਰੂਰ ਜਿਹਦਾ ਨਾਮ ਆ ਰਿਹਾ ਸੀਗਾ ਕਿ ਉਹ G23 ਜਿਹੜਾ ਗਰੁੱਪ ਹੈ ਕਾਂਗਰਸ ਦੇ ਵਿੱਚ, ਕਿ ਉਹਦੇ ਵੱਲੋਂ ਸ਼ਾਇਦ ਉਮੀਦਵਾਰ ਹੋਵੇ, ਤੇ ਅਸ਼ੋਕ ਗਹਿਲੋਟ ਤੇ ਕੱਲ ਸ਼ਸ਼ੀ ਥਰੂਰ ਦੇ ਵਿਚਾਲੇ ਵੀ ਮੀਟਿੰਗ ਹੋਈ ਹੈ, ਤੇ ਉਸ ਮੀਟਿੰਗ 'ਚ ਵੀ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਉਹਨਾਂ ਦੀ ਤਾਰੀਫ ਕੀਤੀ ਹੈ। ਹਾਂ ਇਹ ਬਿਲਕੁਲ ਇੱਕ ਸਿਰਜਿਆ ਜਾ ਰਿਹਾ ਸੀ ਮਾਹੌਲ ਕਿ ਇਹ ਫਟੇ ਹੋਏ ਆ। ਜਿਹੜਾ 23 ਹੈਗਾ ਜਾਂ ਗਰੁੱਪ 23 ਹੈਗਾ ਆ, ਉਹ ਸਾਰੇ ਦਾ ਸਾਰਾ ਹੀ ਸ਼ਾਇਦ ਇੱਕ ਪਾਸੇ ਆ ਤੇ ਦੂਜੇ ਪਾਸੇ ਸ਼ਾਇਦ ਉਹਨਾਂ ਦਾ ਲੀਡਰ। ਲੇਕਿਨ ਇਹੀ ਆ ਕਿ ਜਦੋਂ ਇਹ ਦੇਖਿਆ ਕਿ ਲੋਕ ਕੀ ਚਾਹੁੰਦੇ ਆ, ਲੋਕ ਜਿੱਦਾਂ ਹੱਲੇ ਦੇ ਨਾਲ, ਹੱਲਾ ਬੋਲ ਜਿਹਨੂੰ ਕਹਿੰਦੇ, ਸੱਚੀ ਹੱਲੇ ਦੇ ਨਾਲ ਆਏ, ਤੇ ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਕਿ ਹੁਣ ਅਸੀਂ ਜਿਹੜਾ ਨਾ ਉਹ ਆਨਾਕਾਨੀ ਕਰਨੀ ਠੀਕ ਨਹੀਂ ਹੈਗੀ। ਉਹ ਜਿਹੜਾ ਪਹਿਲਾਂ ਮਨਾ ਰਹੇ ਸੀਗੇ ਰਾਹੁਲ ਗਾਂਧੀ ਨੂੰ, ਉਹਨੂੰ ਵੀ ਦੇਖ ਕੇ ਲੱਗਿਆ ਹੋਣਾ ਕਿ ਵੀ ਹਾਂ ਇਹ ਮਾਹੌਲ ਤਾਂ ਠੀਕ ਆ, ਇਸ ਕਰਕੇ ਉਹਨੇ ਵੀ ਮੰਨਣ 'ਚ ਹੁਣ ਕੋਈ ਦੇਰ ਦੂਰ ਲਾਣੀ ਨਹੀਂ, ਜੋ ਮੈਨੂੰ ਲੱਗਦਾ ਹੈਗਾ ਇਹਨੂੰ ਹੀ ਲੈ ਕੇ ਚੱਲਣਗੇ। ਲੇਕਿਨ ਓਵਰਆਲ ਜਿਹੋ ਜਿਹਾ ਫਰੰਟ, ਜਿਹੋ ਜਿਹਾ UAP ਦੀ ਸ਼ਕਲ ਬਣਨੀ ਚਾਹੀਦੀ ਇਸ ਦੇਸ਼ ਦੇ ਵਿੱਚ,
ਉਹ ਫਰੰਟ ਦਾ ਮਾਮਲਾ ਫਿਰ ਅਜੇ ਬਾਅਦ ਚ ਉੱਭਰ ਕੇ ਫਿਰ ਸਾਹਮਣੇ ਆਏਗਾ। ਤਾਕਤਾਂ ਜਿਹੜੀਆਂ ਨਾ ਉਹਨਾਂ ਦਾ ਤੋਲ ਕੀਤਾ ਜਾਏਗਾ ਕਿ ਕਿਹਦੇ ਕੋਲ ਕਿੰਨੀ ਤਾਕਤ ਹੈਗੀ ਆ। ਰੀਜਨਲ ਫੋਰਸਸ ਜਿਹੜੀਆਂ ਹੈਗੀਆਂ ਉਹਨਾਂ ਕੋਲ ਕਿੰਨੀ ਤਾਕਤ ਹੈਗੀ ਆ। ਨੇਸ਼ਨ ਨੂੰ ਚਲਾਉਣ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਹੋਏਗੀ। ਫਿਰ ਇੱਕ ਵਾਰੀ ਇਹ ਉੱਠੇਗਾ ਕਿ ਕਾਂਗਰਸ ਦਾ ਪ੍ਰਧਾਨ ਤੇ ਰਾਹੁਲ ਗਾਂਧੀ ਜਿਹੜਾ ਨਾ ਲਗਭਗ ਤੈਅ ਹੀ ਲੱਗਦਾ ਹੁਣ। ਲੇਕਿਨ ਦੇਸ਼ ਦੀ ਅਗਵਾਈ, ਦੇਸ਼ ਦੀ ਇਸ ਵੱਡੀ ਭਾਰੀ ਮੂਵਮੈਂਟ ਦੀ ਅਗਵਾਈ ਕੌਣ ਕਰੇਗਾ, ਉਹ ਕਿੱਦਾਂ ਦੀ ਹੋਏਗੀ, ਸਾਂਝੀ ਹੋਏਗੀ, ਉਹਨੂੰ ਅੱਗੇ ਕਿਹਨੂੰ ਲਾਉਣਗੇ, ਉਹਦੇ ਤੇ ਜਿਹੜੀ ਨਾ ਚਰਚਾ ਅਜੇ ਜਿਹੜੀ ਸ਼ੁਰੂ ਹੋਣੀ ਆ। ਔਰ ਨਤੀਸ਼ ਦੀ ਇਸ ਮੀਟਿੰਗ ਤੋਂ ਬਾਅਦ, ਦਿੱਲੀ ਦੀ ਫੇਰੀ ਤੋਂ ਬਾਅਦ ਵੀ ਕਾਫੀ ਗੱਲਾਂ ਕਲੀਅਰ ਹੋ ਜਾਣਗੀਆਂ। ਚਾਹਨਾ ਜੀ ਇਹ ਆਪਣਾ ਵੱਡਾ ਸਮਾਂ ਵੀ ਸਮਾਪਤ ਹੋ ਰਿਹਾ ਤੇ ਸੰਖੇਪ ਚ ਤੇ ਜੇ ਕੋਈ ਹੋਰ ਵੀ ਤੁਹਾਡੀ ਆਖਰੀ ਟਿੱਪਣੀ ਤੁਸੀਂ ਇਹਦੇ ਤੇ ਕਰਨੀ ਹੋਵੇ, ਔਰ ਖਾਸ ਕਰਕੇ ਇਸ ਤਰ੍ਹਾਂ ਦੀਆਂ ਵੀ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਛਪ ਰਹੀਆਂ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਆਪਣੇ 2 ਚਹੇਤੇ ਉਦਯੋਗਪਤੀਆਂ ਨੂੰ ਹੀ ਸਾਰੇ ਲਾਭ ਦੇ ਰਹੀ ਹੈ ਤੇ ਕਾਰਪੋਰੇਟ ਦਾ ਜਿਹੜਾ ਬਾਕੀ ਦਾ ਹਿੱਸਾ ਹੈ ਉਹ ਵੀ ਇਸ ਤੋਂ ਨਿਰਾਸ਼ ਹੈ। ਇਹ ਠੀਕ ਆ। ਜਿਹੜੀ ਛੋਟੀ ਸਨਅਤ, ਛੋਟਾ ਵਪਾਰ, ਉਹ ਤਾਂ ਪਹਿਲਾਂ ਹੀ ਦੁਖੀ ਸੀਗਾ। ਔਰ ਜਿਹੜਾ ਕਾਰਪੋਰੇਟ ਸੈਕਟਰ ਦਾ ਦੇ ਅੰਦਰ ਹੈਗਾ ਆ ਅਨਡਿਊ ਜਿਹੜੀ ਫੇਵਰ ਹੋ ਰਹੀ ਆ, ਉਹਦੇ ਤੋਂ ਉਹ ਵੀ ਇੱਕ ਸੈਕਸ਼ਨ ਹੋ ਸਕਦਾ ਕਿ ਉਕਤਾ ਗਿਆ ਹੋਵੇ। ਇੱਕ ਸੈਕਸ਼ਨ ਨਹੀਂ, ਕਾਫੀ ਵੱਡਾ ਸੈਕਸ਼ਨ ਹੋਏਗਾ ਜਿਹੜਾ ਅਲਟੀਮੇਟਲੀ ਇਹ ਫੈਸਲਾ ਕਰੇਗਾ ਕਿ ਆਪੋਜੀਸ਼ਨ ਦੇ ਨਾਲ ਜਾਣ ਦਾ ਫੈਸਲਾ ਕਰੇਗਾ। ਔਰ ਜੇ ਲੱਗ ਗਿਆ ਕਿ ਸੱਚੀ ਨਹੀਂ ਜਿੱਤ ਯਕੀਨੀ ਹੈਗੀ ਮੋਦੀ, ਫਿਰ ਹੋ ਸਕਦਾ ਕਿ ਹੋਰ ਵੱਡਾ ਸੈਕਸ਼ਨ ਜਿਹੜਾ ਉਹ ਵਿਰੋਧੀ ਧਿਰ ਦੀ ਬੈਕ ਦੇ ਉੱਤੇ ਆ ਜਾਵੇ। ਇਹ ਇਸੇ ਤਰ੍ਹਾਂ ਹੀ ਫੰਕਸ਼ਨ ਕਰਦਾ ਹੁੰਦਾ ਜਿਹੜਾ ਨਾ ਇਹ ਇੰਡਸਟਰੀਅਲ ਅਤੇ ਵਪਾਰਕ ਸੈਕਟਰ ਹੈ ਜਿਹੜਾ, ਉਹ ਹਵਾ ਦੇਖ ਕੇ ਫੁਰਤੀ ਦੇ ਨਾਲ ਬਦਲਦਾ ਆਪਣੇ ਆਪ। ਔਰ ਦੋਹਾਂ ਪਲੜਿਆਂ ਦੇ ਵਿੱਚ ਆਪਣਾ ਪੈਰ ਰੱਖਦਾ। ਜਿਹਨੇ ਰਾਜ ਚਾਣਾ ਹੋਵੇ ਉਹ ਤਾਂ ਵੱਧ ਰੱਖਦਾ ਆ, ਦੂਜੇ ਨੂੰ ਵੀ ਨਾਰਾਜ਼ ਨਹੀਂ ਕਰਦਾ। ਇਹ ਤਾਂ ਚੱਲੂਗਾ ਔਰ ਚੱਲੂਗਾ। ਤੇ ਜੇ ਇੱਕ ਸੈਕਸ਼ਨ ਵਿਗੜਨਾ ਸ਼ੁਰੂ ਹੋ ਗਿਆ ਹੋਇਆ ਤਾਂ ਉਹ ਆਪੋਜੀਸ਼ਨ ਦੇ ਨਾਲ ਜਾਏਗਾ। ਔਰ ਆਖਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਆ ਕਿ ਜਦੋਂ ਇਹ ਅੱਗੇ ਵਧੇਗਾ ਤਾਂ ਉਹਦੇ 'ਚ ਪ੍ਰਮੁੱਖ ਜ਼ਿੰਮੇਵਾਰੀ ਕਿਹਦੀ ਹੁੰਦੀ ਆ ਕਿ ਯੂਨਾਈਟਿਡ ਰੱਖਣਾ ਹੈਗਾ ਸਾਰੀਆਂ ਫੋਰਸਿਸ ਨੂੰ। ਉਹਦੇ 'ਚ ਉਹ ਹੁੰਦੀ ਜਿਹਦੇ ਕੋਲ ਤਾਕਤ ਹੁੰਦੀ ਆ ਨਾ, ਉਹ ਉਹਦੇ ਹੱਥ 'ਚ ਹੁੰਦਾ ਆ। ਉਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਦੂਸਰਿਆਂ ਨੂੰ ਯੂਨਾਈਟ ਕਰਕੇ ਕਿਵੇਂ ਰੱਖਣਾ ਆ। ਉਹਦੇ ਕੋਲ ਹੀ ਸੰਭਾਵਨਾ ਹੁੰਦੀ ਆ ਕਿ ਉਹ ਜ਼ਿਆਦਾ ਛੋਟਾਂ ਵੀ ਦੇ ਸਕੇ ਦੂਜੀ ਤਾਕਤ ਨੂੰ। ਇਸ ਕਰਕੇ ਜਦੋਂ ਕੋਈ ਫਰੰਟ ਉਭਰੇਗਾ ਜਾਂ ਜੇ ਜੋ ਵੀ ਹੋਂਦ 'ਚ ਆ ਰਿਹਾ ਆ, ਉਹਦੇ 'ਚ ਪ੍ਰਮੁੱਖ ਜ਼ਿੰਮੇਵਾਰੀ ਇਸ ਵੇਲੇ ਫਿਰ ਕਾਂਗਰਸ ਦੀ ਹੀ ਬਣ ਜਾਣੀ ਆ ਕਿ ਉਹ ਕਿਸ ਤਰ੍ਹਾਂ ਦੀ ਲੀਡਰਸ਼ਿਪ ਉਭਰ ਕੇ ਸਾਹਮਣੇ ਆਉਂਦੀ ਆ ਦੇਸ਼ ਦੀ। ਇਹਦੇ 'ਚ ਹੁਣ ਜ਼ਿੱਦਬਾਜ਼ੀ ਨਹੀਂ ਚੱਲਣੀ ਕਿ ਨਹੀਂ ਜੀ ਮੈਂ ਹੀ ਚਾਹੀਦਾ ਆ, ਹੈ ਨਾ। ਇਸ ਕਰਕੇ ਲੋਕ ਜੋ ਚਾਹੁੰਦੇ ਆ ਉਹਦੀ ਇੱਛਾ ਦੇ ਮੁਤਾਬਕ ਹੋਣਾ ਇਹ ਪੈਣਾ ਆ। ਜਦੋਂ ਉਹ ਬਹੁਤ ਵੱਡੀ ਤਾਕਤ ਦਿਖਾਉਣ 'ਚ ਸਫਲ ਹੋ ਜਾਊਗੀ, ਜੇ ਉਹਨਾਂ ਨੇ 125 ਦਿਨ ਹੈਗੇ ਆ ਜੇ ਉਹਨਾਂ ਦੇ ਕੋਲੇ ਦਿਖਾਉਣ ਦੇ, ਤਾਂ ਫਿਰ ਹੌਲੀ ਹੌਲੀ ਸਪਸ਼ਟ ਹੁੰਦਾ ਜਾਏਗਾ ਕਿ ਜੀ ਕੌਣ ਇਸ ਫਰੰਟ ਦਾ ਲੀਡਰ ਹੋਵੇ। ਲੇਕਿਨ ਇਹਦੇ ਤੇ ਯੂਨਿਟੀ ਬਣਨੀ ਹੀ ਬਣਨੀ ਆ ਕਿ ਇੱਕ ਵਾਰੀ ਚੇਂਜ ਲੋਕ ਚਾਹੁੰਦੇ ਆ, ਇਸ ਕਰਕੇ ਚੇਂਜ ਦੇ ਵਾਸਤੇ ਕੰਮ ਕੀਤਾ ਜਾਵੇ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਜਿਹੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਇਸ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਚਾਹੁੰਦਾ ਜੀ ਤੁਸੀਂ ਇਹ ਬੜੇ ਵਿਸਥਾਰ ਦੇ ਨਾਲ ਕਿ ਕਿਸ ਢੰਗ ਨਾਲ ਜਿਹੜਾ ਦੇਸ਼ ਦਾ ਰਾਜਸੀ ਮਾਹੌਲ ਬਦਲਣ ਲਈ ਇੱਕ ਪੜੁੱਲ ਬੱਝਿਆ ਹੈਗਾ ਤੇ ਜਿਸ ਤਰ੍ਹਾਂ ਉਸ ਪੜੁੱਲ ਦੀ ਜਿਹੜੀ ਕੀ ਹੈ ਜੇ ਸ਼ਕਲ ਉੱਭੜ ਕੇ ਸਾਹਮਣੇ ਆਉਂਦੀ ਹੈ ਸਾਰੇ ਦੀ, ਕਿ ਕਈ ਘੱਟੋ ਘੱਟ ਪ੍ਰੋਗਰਾਮ ਬਣਦਾ ਜਾਂ ਕਿ ਉਹ ਜਿਹੜਾ ਫਰੰਟ ਬਣਦਾ, ਮੁਹਾਜ਼ ਬਣਦਾ, ਉਸ ਦਾ ਕਿਹੜਾ ਲੀਡਰ ਜਿਹੜਾ ਹੈ ਉਹ ਕੇਂਦਰੀ ਜਿਹੜਾ ਪੁਆਇੰਟ ਬਣ ਕੇ ਜਾਂ ਇੱਕ ਜਿਹਦੇ ਦੁਆਲੇ ਸਾਰੇ ਇਕੱਠੇ ਹੋ ਸਕਣ, ਉਹ ਕਿਹੜਾ ਉੱਭਰ ਕੇ ਸਾਹਮਣੇ ਆਉਂਦਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਰਾਜਸੀ ਮਾਹੌਲ ਇੱਕ ਬਣਿਆ ਹੋਇਆ ਸੀਗਾ ਉਹਦੇ ਵਿੱਚ ਇੱਕ ਖੜੋਤ ਜਿਹੜੀ ਆ ਆਈ ਹੈ ਔਰ ਉਸ ਆਈ ਸੀਗੀ, ਉਸ ਨੂੰ ਇਸ ਹੱਲਾਬੋਲ ਰੈਲੀ ਨੇ ਤੋੜਿਆ ਔਰ ਭਾਰਤ ਜੋੜੋ ਯਾਤਰਾ ਇਸ ਨੂੰ ਹੋਰ ਵਿਸਥਾਰ ਤੇ ਪਸਾਰ ਦੇਗੀ। ਤੇ ਇਹ ਤੁਹਾਡਾ ਦਰਸ਼ਕਾਂ ਨਾਲ ਇਹ ਸਾਰੀਆਂ ਜਿਹੜੀਆਂ ਤੁਸੀਂ ਵਿਚਾਰ ਸਾਂਝੇ ਕੀਤੇ, ਤੁਹਾਡਾ ਵੀ ਇਸ ਲਈ ਬਹੁਤ ਬਹੁਤ ਜਿਹੜਾ ਧੰਨਵਾਦ। ਸ਼ੁਕਰੀਆ ਜੀ ਜੱਡੂ ਸਾਹਿਬ।